ਅੱਗੇ ਜਾ ਕਰ ਜਾਵੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸੋ ਨਿਹਾਲ ਹੋ ਜਾਵੇ। ਹੁਣ ਇਸ ਵਕਤ ਬ੍ਰਹਮ ਲੋਕ ਮੈਨੂੰ ਪੁੱਛਦੇ, ਤੁਹਾਨੂੰ ਮੈਂ ਪੁੱਛ ਲੈਂਦਾ, ਤੁਸੀਂ ਮੈਨੂੰ ਦੱਸੋ, ਮੈਂ ਤੁਹਾਨੂੰ ਕੋਈ ਬ੍ਰਹਮ ਗਿਆਨੀ ਹੈ ਤੁਹਾਡੀ ਨਿਗਾਹ 'ਚ ਪੂਰਨ? ਜਾਂ ਮੈਨੂੰ ਪੁੱਛਦਾ, ਮੈਂ ਕਹਾਂ ਮੈਨੂੰ ਤਾਂ ਵੀ ਹੁਣ ਦਿਖਦਾ ਨਹੀਂ ਕੋਈ। ਪਹਿਲਾਂ ਮਹਾਂਪੁਰਖ ਹੁੰਦੇ ਸੀ, ਹੁਣ ਕੀ ਕਰੀਏ? ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੋ ਨਿਰੰਕਾਰ ਜਾਣ ਕੇ। ਸ਼ਾਸਤਰ ਨਾਮ ਵਾਲਾ 'ਚ ਮਹਾਰਾਜ ਨੇ ਲਿਖਿਆ, ਜੇ ਇੱਕ ਵਾਰੀ ਵੀ ਕੋਈ ਪੜ੍ਹ ਲੂਗਾ ਸੋ ਮੁਕਤ ਹੋ ਜਾਏਗਾ। ਚੰਡੀ ਦੀ ਵਾਰ ਵਿੱਚ ਲਿਖਿਆ, ਜੋ ਇੱਕ ਵਾਰ ਪੜੂਗਾ ਫੇਰ ਨਾ ਜੂਨੀ ਆਇਆ ਜਿਹਨੇ ਗਾਇਆ। ਅੰਮ੍ਰਿਤ ਵੇਲੇ ਨੇਰੇ ਨੇਰੇ ਕਰ ਲੋ ਇੱਕ ਪਾਠ 5 ਬਾਣੀਆਂ ਤੋਂ ਬਾਅਦ। ਇਹ ਜਿਹੜਾ ਬੰਦਾ ਹੋਰ ਜੇ ਜ਼ਿਆਦਾ ਟਾਈਮ ਹੈ, ਅਕਾਲ ਉਸਤਤ ਦਾ ਪਾਠ ਜ਼ਰੂਰ ਕਰੋ। ਅਕਾਲ ਉਸਤਤ ਨਿਰੰਕਾਰ ਜੀ ਨੂੰ ਬਹੁਤ ਖੁਸ਼ ਕਰਦਾ ਹੈ। ਪਿੱਛੇ ਜੇ ਕੋਈ ਸਿੰਘ ਚੰਗੀ ਅਵਸਥਾ ਵਾਲੇ, ਬਹੁਤ ਉੱਚੀਆਂ ਅਵਸਥਾ ਵਾਲੇ, ਕਹਿੰਦੇ 6ਵੇਂ ਪਾਤਸ਼ਾਹ ਇੱਦਾਂ ਦਰਸ਼ਨ ਕਈ ਵਾਰ ਦੇ ਦਿੰਦੇ ਆ। ਮਹਾਰਾਜ ਕੋਲ ਬਹਿ ਗਏ, ਕਹਿੰਦੇ ਸਿੰਘਾ ਅਕਾਲ ਉਸਤਤ ਸੁਣਾ ਸਾਨੂੰ। ਉਸ 6ਵੇਂ ਪਾਤਸ਼ਾਹ ਨੇ ਆਪ ਅਕਾਲ ਉਸਤਤ ਸੁਣਿਆ, ਬਹੁਤ ਪ੍ਰਸੰਨ ਹੋਏ। ਇਸ ਕਰਕੇ ਸਾਧ ਸੰਗਤ, ਇਹ ਜਿਹੜੇ ਲੋਕ ਨੇ ਟੇਢੇ ਮੇਢੇ, ਜੇ ਇਹਨਾਂ ਮਗਰ ਨਹੀਂ ਲੱਗਣਾ, ਠੀਕ ਆ, ਉਹ ਨਿਆਣੇ ਨੇ ਜਾਂ ਮੂਰਖ ਨੇ ਜਾਂ ਕੀ ਕੁਛ ਵੀ ਮਰਜ਼ੀ ਕਹਿ ਲੋ, ਕਹਿ ਨਹੀਂ ਸਕਦੇ ਕੁਛ। ਪਰ ਇੱਕ ਚੀਜ਼ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੜ ਲੱਗਣਾ, ਸ਼ਬਦ ਦੇ ਨਾਲ ਸੁਰਤ ਜੋੜਨੀ ਹੈ ਬਹਿ ਕੇ, ਔਰ ਨਾਲ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਾਂ ਨੇ ਬਾਣੀਆਂ ਪੜ੍ਹਨੀਆਂ। ਇਹ ਜਿਹੜਾ ਬ੍ਰਹਮ ਕਵਚ ਹੈ, ਇਹਦੇ ਨਾਲ ਵੀ ਮੁਕਤੀ ਹੈ। ਮੈਂ ਪੁੱਛਿਆ ਸੀ ਗੁਰਸਿੱਖਾਂ ਨੂੰ, ਜਿਹੜੇ ਚੰਗੇ ਚੋਟੀ ਦੇ ਨੇ, ਜਿਹੜੇ ਸਿੰਘ ਤਾਂ ਜਾਣਦੇ ਨੇ, ਫੌਜਾਂ ਤਾਂ ਹੁੰਦੀਆਂ ਹੀ ਆਪਣੀਆਂ, ਫੌਜਾਂ ਨੂੰ ਪੁੱਛਿਆ ਬ੍ਰਹਮ ਕਵਚ ਦਾ ਅਰਥ ਕੀ ਹੈ? ਕਹਿੰਦੇ ਬ੍ਰਹਮ ਕਵਚ, ਬ੍ਰਹਿਮੰਡ ਦੀਆਂ ਸਾਰੀਆਂ ਚੰਗੀਆਂ ਸ਼ਕਤੀਆਂ ਤੁਹਾਡੇ ਦੁਆਲੇ ਆ ਕੇ ਖੜੀਆਂ ਹੋ ਜਾਂਦੀਆਂ ਨੇ, ਮਾੜੀਆਂ ਦੂਰ ਹੋ ਜਾਂਦੀਆਂ ਨੇ। ਕਹਿੰਦੇ ਇੱਕ ਹੁੰਦੀ ਭਾਈ ਗੁਲੇਲ, ਇੱਕ ਹੁੰਦੀ ਬੰਦੂਕ, ਇੱਕ ਹੁੰਦੀ ਤੋਪ। ਇਹ ਜਿਹੜਾ ਬ੍ਰਹਮ ਕਵਚ ਹੈ, ਇਹ ਤੋਪ ਹੈ, ਤੋਪ। ਜੇ 32 ਵਾਰੀ ਵੀ ਕੋਈ ਕਰ ਲੂਗਾ, ਮੇਰੀ ਤਾਂ ਇੰਨੀ ਪੁਰਾਣੀ, ਇੰਨੇ ਸਿੰਘਾਂ ਨਾਲ ਸੰਗਤ ਹੈ। ਇੱਕ ਸਿੰਘ ਹੁਣ ਹੋ ਗਏ ਮੇਰੇ ਖਿਆਲ 70-80 ਸਾਲ ਦੇ, ਉਹ ਸ੍ਰੀ ਅਨੰਦਪੁਰ ਸਾਹਿਬ ਸ਼ਹੀਦਗੰਜ ਵੀ ਹੈੱਡ ਗ੍ਰੰਥੀ ਰਹੇ ਨੇ, ਉਹ ਹਜੂਰ ਸਾਹਿਬ ਵੀ ਰਹੇ ਨੇ, ਉਹ ਤਰਨਾ ਦਲ ਬਾਬਾ ਵਿਧੀ ਚੰਚ ਵੀ ਰਹੇ ਨੇ। ਉਹ ਦੇਖ ਲਓ ਅੱਜ 60 ਸਾਲ ਹੋ ਗਏ, ਅੰਮ੍ਰਿਤ ਵੇਲੇ 2 ਵਜੇ ਉੱਠਦੇ ਆ, ਬਹੁਤ ਬਿਰਧ ਹੋ ਗਏ ਹੁਣ। ਉਹਨਾਂ ਨੇ ਮੈਨੂੰ ਬ੍ਰਹਮ ਕਵਚ ਪਹਿਲੀ ਵਾਰ ਦਿੱਤਾ ਸੀ। ਇਹ 1900 ਮੇਰਾ ਖਿਆਲ 90 ਦੀ ਗੱਲ ਹੈ, ਉਦੋਂ ਦਾ ਮੈਂ ਕਰਦਾ ਹੈ, ਔਰ ਆਪ ਸਾਰਾ ਕੁਝ ਇਹਦੇ ਨਾਲ ਦੇਖਿਆ ਹੋਇਆ। ਇਸ ਕਰਕੇ ਜਦ ਮੈਂ ਦੇਖਿਆ ਤਾਂ ਮੈਨੂੰ ਇਹ ਹੁੰਦਾ ਵੀ ਇਹਨਾਂ ਨੂੰ ਵੀ ਦਿਓ, ਇਹਨਾਂ ਨੂੰ ਵੀ ਕਹੋ ਪੜ੍ਹੋ, ਵੀ ਤੁਸੀਂ ਵੀ ਸਾਰੇ ਕੇਸੀ ਇਸ਼ਨਾਨ ਕਰਨ ਤੋਂ ਨਾ ਡਰੋ, ਫਲ ਵੀ ਦੇਖਿਆ ਕਰੋ ਕਿੰਨਾ ਵੱਡਾ ਮਿਲਦਾ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ। ਗੁਰੂ ਗ੍ਰੰਥ ਸਾਹਿਬ ਨੂੰ ਇੱਕ ਤਾਂ ਮੱਥਾ ਟੇਕਣਾ ਨਿਰੰਕਾਰ ਜਾਣ ਕੇ। ਜੇ ਕਿਸੇ ਨੂੰ ਕੋਈ ਬਿਮਾਰੀ ਹੈ, ਕੋਈ ਇੱਛਾ ਹੈ, 5 ਪ੍ਰਕਰਮਾਂ ਕਰ ਦਿਓ, 11 ਕਰ ਦਿਓ। ਸੰਤ ਗੁਰਬਚਨ ਸੋਹਣੀ 13 ਪ੍ਰਕਰਮਾਂ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦੀਆਂ, ਤੇ 13 ਹੀ ਦਰਬਾਰ ਸਾਹਿਬ ਦੀਆਂ ਵੱਡੀ ਪ੍ਰਕਰਮਾਂ ਨੇ। ਉਹ ਗੱਲ ਹੀ ਹੁੰਦੀ ਤਾਂ ਹੀ ਉਹ ਪ੍ਰਕਰਮਾਂ ਕਰਦੇ। ਪ੍ਰਕਰਮਾਂ ਕਰੋ, ਪ੍ਰਕਰਮਾਂ ਦੇ ਵਿੱਚ ਚਰਨ ਸਫਲੇ, ਸਰੀਰ ਸਫਲਾ, ਕਿਰਪਾ ਹੁੰਦੀ ਮਹਾਰਾਜ ਦੀ। ਜਦੋਂ 6ਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਨੂੰ ਸਰੂਪ ਦਿੱਤਾ ਪ੍ਰਕਾਸ਼ ਕਰਨ ਨੂੰ, ਗੁਰਕੀਰਤਪੁਰ ਸਾਹਿਬ ਜਾ ਕੇ ਵਸਾਓ ਪੁੱਤਰ ਜੀ, ਸਰੂਪ ਲੈ ਜਾਓ ਨਾਲ। 6ਵੇਂ ਪਾਤਸ਼ਾਹ ਨੇ ਇੱਕ ਬਚਨ ਕੀਤਾ, ਬੇਟਾ ਜੀ ਧੂਪ ਜੋਤ ਦੀਪ ਸਭ ਕਰਨਾ ਹੈ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨਾ ਹੈ। ਫਿਰ ਤੁਸੀਂ 5 ਜਿਹੜੇ ਪੱਤਰੇ ਨੇ, 5-10 ਅੰਗ ਰੋਜ਼ ਪੜ੍ਹਨੇ ਹੈ। ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮੱਥਾ ਟੇਕਣਾ, ਇਹਨਾਂ ਨੂੰ ਦੇਖੋ 6ਵੇਂ ਪਾਤਸ਼ਾਹ ਦੇ ਬਚਨ ਮੰਨੋ, ਬਾਕੀ ਛੱਡੋ। ਕਹਿੰਦੇ ਇਹਨਾਂ ਨੂੰ ਨਿਰੰਕਾਰ ਜਾਣ ਕੇ ਮੱਥਾ ਟੇਕਣਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵ ਡਬਰ ਨਾ ਕੋਏ। ਇਹਨਾਂ ਨੂੰ ਨਿਰੰਕਾਰ ਜਾਣ ਕੇ ਮੱਥਾ ਟੇਕਣਾ ਹੈ। ਜੋ ਫਿਰ ਸੰਗਤ ਨੂੰ ਵੀ ਕਿਹਾ, ਜੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਸਮਝ ਕੇ ਮੱਥਾ ਟੇਕੂਗਾ, ਉਹਨੂੰ ਮੁਕਤੀ ਮੰਗਣ ਦੀ ਲੋੜ ਨਹੀਂ, ਖੁਦ ਹੀ ਮੁਕਤ ਹੋ ਜਾਇਆ ਕਰੂਗਾ। ਉਹ ਮੁਕਤੀ ਲੈਣੀ ਹੈ, ਤੁਸੀਂ ਆਹ ਗੱਲ ਮੰਨ ਲਓ। ਗੁਰੂ ਗ੍ਰੰਥ ਸਾਹਿਬ ਨੂੰ ਉਹੀ ਨਾ ਮੱਥਾ ਟੇਕੋ, ਇਹ ਰੱਬ ਆਪ ਹੀ ਬੈਠੇ ਨੇ। ਇਹ ਇਹਨਾਂ ਦਾ ਹੀ ਪ੍ਰਕਾਸ਼ ਹੈ, ਇਸ ਵਕਤ ਸੱਚਖੰਡ ਦੇ ਵਿੱਚ ਹੈ, ਇਹਨਾਂ ਦਾ ਹੀ ਪ੍ਰਕਾਸ਼ ਇੱਥੇ ਹੈ। ਇੱਥੋਂ ਹੀ ਪਿਆਰ ਪਾ ਲਓ, ਇੱਥੇ ਹੀ ਸੇਵਾ ਕਰੀ ਜਾਓ। ਇਹਨਾਂ ਨੇ ਮੁਕਤੀ ਦੇਣੀ ਆ। ਮੈਨੂੰ ਦੱਸੋ ਹੋਰ ਮੁਕਤੀ ਦਿੰਦਾ ਕੌਣ ਹੈ?
ਤੂੰ ਕਹੀਅਤ ਹੀ ਯਾਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਕਾਲੀ ਦੇਵੀ ਨੇ ਮਲਸੀਹਾ ਨਗਰ ਦੇ ਵਿੱਚ ਦਰਸ਼ਨ ਤਾਂ ਦਿੱਤੇ ਭਾਈ ਭਗੀਰਥ ਨੂੰ, ਪਰ ਦੇਖ ਲਓ ਨਾਲ ਉਹਨੇ ਕਿਹਾ ਮਾਤਾ ਮੁਕਤੀ ਬਖਸ਼ੋ, ਗਾਇਬ ਹੀ ਹੋ ਗਈ। ਉਹ ਫਿਰ ਆਰਾਧਨਾ ਕਰਨ ਲੱਗ ਗਿਆ, ਉਹ ਫਿਰ ਪ੍ਰਗਟ ਹੋ ਗਈ। ਕਹਿੰਦੀ ਬੇਟਾ ਚਾਰ ਪਦਾਰਥ ਦੀ ਦਾਤੀਆਂ, ਵਰਾਂ ਦੀ ਦਾਤੀਆਂ, ਉਹੋ ਜਿਹਾ ਕੁਛ ਮੰਗ ਲੈ। ਇਹ ਮੁਕਤੀ ਮੇਰੇ ਹੱਥ ਨਹੀਂ, ਮੁਕਤੀ ਦਿੰਦੇ ਨੇ ਨਿਰੰਕਾਰ ਜੀ। ਇਸ ਵਕਤ ਉਹ ਸੁਲਤਾਨਪੁਰ ਸਾਹਿਬ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਰੂਪ ਹੋ ਕੇ ਆਏ ਹੋਏ ਨੇ। ਉੱਥੇ ਜਾਵੜ ਚਰਨ ਫੜ ਲੈ, ਤੈਨੂੰ ਜਾਂਦਿਆਂ ਸਰ ਬੁਲਾਉਣਗੇ ਤੇਰਾ ਨਾਂ ਲੈ ਕੇ, ਔਰ ਤੈਨੂੰ ਕੋਲ ਰੱਖ ਲੈਣਗੇ, ਤੇਰੀ ਮੁਕਤੀ ਉੱਥੇ ਹੋਣੀ ਹੈ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਨਾਟਕ ਚੇਟਕ ਵਾਲੇ ਸਾਧੂ ਸੰਤ ਬਹੁਤ ਨੇ, ਪਰ ਮੁਕਤੀ ਵਾਲਾ ਕੋਈ ਨਹੀਂ। ਜਿਹੜਾ ਉਹ ਬਾਬਾ ਮਿੱਤ ਸਿੰਘ ਦਾ ਜੀਵਨ, ਮੈਂ ਤਾਂ ਉਹ ਜਿਹੀਆਂ ਚੀਜ਼ਾਂ ਹੀ ਨਹੀਂ ਦੇਖੀਆਂ ਪੜ੍ਹੀਆਂ ਕਦੇ। ਬਸ ਇਹ ਗੱਲ ਮੰਨਣ 'ਚ ਹੀ ਨਹੀਂ ਆਉਂਦੀ ਕਿ ਬਾਬਾ ਜੀ ਕਹਿਣ ਮੈਂ ਅੰਮ੍ਰਿਤ ਛਕਣਾ ਤੇ ਘਰ ਦੇ ਕਹਿਣ ਵੀ ਉਮਰ ਛੋਟੀ ਹੈ। ਬਾਬਾ ਜੀ ਜਾ ਕੇ ਝਾੜੀਆਂ ਵਿੱਚ ਬੈਠ ਗਏ, ਕਹਿੰਦੇ ਮੈਂ ਤਾਂ ਇੱਥੇ ਬੈਠਾ, ਮੈਂ ਨਾ ਅੰਮ੍ਰਿਤ ਛਕਣਾ। ਹੁਣ ਇਹ ਮੰਨਣ 'ਚ ਨਹੀਂ ਆਉਣੀ। ਮੈਂ ਤਾਂ ਮੰਨਦਾ ਵੀ ਇਹ ਹੋ ਸਕਦਾ, ਤੁਸੀਂ ਸ਼ਾਇਦ ਨਾ ਮੰਨੋ। ਨਾਸਤਕ ਤਾਂ ਬਿਲਕੁਲ ਹੀ ਨਹੀਂ ਮੰਨਣਗੇ। ਉੱਤੋਂ ਪੰਜ ਸਿੰਘ ਪੰਜ ਪਿਆਰੇ ਉੱਤੋਂ ਹੀ ਆ ਕੇ ਸਾਰਾ ਕੁਝ ਕਰਕੇ ਉੱਥੇ ਹੀ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਛਕਾ ਗਏ ਉਹਨੂੰ। ਹੁਣ ਇਹ ਮੰਨੂ ਕੋਈ? ਇਹ ਬਾਬਾ ਮਿੱਤ ਸਿੰਘ ਵਰਗਿਆਂ ਦੀ ਗੱਲ ਹੈ। ਫਿਰ ਉਹ ਜਥੇਦਾਰ ਜੀ ਕੋਲ ਗਏ, ਬੁੱਢਾ ਦਲ ਦੇ ਇੱਕ ਜਥੇਦਾਰ ਸੀ ਉਸ ਇਲਾਕੇ 'ਚ। ਕਹਿੰਦਾ ਮੈਂ ਦਮਾਲਾ ਸਜਾਉਣਾ, ਮੈਂ ਫਰਲਾ ਲੈਣਾ। ਉਹ ਕਹਿੰਦੇ ਉਮਰ ਛੋਟੀ ਹੈ ਹਲੇ ਤੇਰੀ, ਹਾਲੇ ਤੂੰ 14-15 ਸਾਲ ਨਾਲ, ਹਲੇ ਉਹ ਮਰਿਆਦਾ ਨਹੀਂ ਸਮਝ ਸਕਦਾ। ਉਹ ਫੇਰ ਰੁੱਸ ਕੇ ਜਾ ਕੇ ਬਹਿ ਗਏ। ਕਹਿੰਦੇ ਸੱਚਖੰਡ 'ਚੋਂ ਸਿੰਘ ਆਏ ਫੌਜਾਂ, ਉਹ ਆ ਕੇ ਦਮਾਲਾ ਸਜਾ ਕੇ ਫਰਲਾ ਦੇ ਗਈਆਂ ਉਹਨੂੰ। ਕਹਿੰਦਾ ਸਿੰਘਾ ਅਸੀਂ ਦੇ ਦਿੰਦੇ ਤੈਨੂੰ ਫਰਲਾ, ਕਿਉਂ ਉਹ ਸੀਗੇ ਪੁਰਾਣੇ ਸਿੰਘ ਮਹਾਰਾਜ ਦੇ। ਹੁਣ ਇਹ ਗੱਲਾਂ ਮੰਨਣ 'ਚ ਨਹੀਂ ਆਉਂਦੀਆਂ ਕਿਸੇ। ਇਹ ਜਿਹੜਾ ਮਰਿਆਦਾ ਦੇ ਨਾਲ ਫਿਰ ਪਾਠ ਦੁਬਾਰਾ ਭਾਈ ਰਣਧੀਰ ਸਿੰਘ ਜੀ ਕਹਿਣ ਲੱਗੇ ਵੀ ਉੱਥੋਂ ਬਾਥਰੂਮ ਜਿਹੜਾ ਜਿੱਥੇ ਵੀ ਨਹਾਉਣ ਦਾ ਇੰਤਜ਼ਾਮ ਸੀ, ਨਹਾ ਕੇ ਸਿੱਧੇ ਤਾਬਿਆ ਬਹਿ ਕੇ ਪਾਠ ਕਰਨਾ। ਉਹ ਐ ਨਹੀਂ ਕਿ ਨਹਾ ਲਿਆ ਹੁਣ ਉਹ ਚਾਹ ਪੀਣ ਬਹਿ ਗਿਆ, ਹੁਣ ਮੈਂ ਜੀ ਬਾਥਰੂਮ ਕਰ ਲਾਂ। ਉਹਨਾਂ ਨੇ ਫਿਰ ਮਰਿਆਦਾ ਵਿੱਚ ਰਹਿ ਕੇ ਪਾਠ ਕੀਤਾ ਤਾਂ ਉਹ ਜਿਹੜਾ ਜੀਵ ਸੀ ਫਿਰ ਉਹਦਾ ਪ੍ਰੇਤ ਦਾ ਭਲਾ ਹੋ ਗਿਆ। ਐ ਜਿਹੀਆਂ ਬਹੁਤ ਸਾਖੀਆਂ ਆਪਣੇ ਕੋਲੇ। ਉਹ ਕਹਿਣ ਤੋਂ ਭਾਵ ਅੱਜ ਦੇ ਸਮੇਂ ਵਿੱਚ ਜਿਹੜੇ ਬਜ਼ੁਰਗ ਨੇ ਸਾਡੇ, ਜਿਹਨੂੰ ਪਿੱਤਰ ਕਹਿੰਦੇ ਆਪਾਂ। ਇੱਕ ਬੰਦਾ ਕਹਿੰਦਾ ਬਾਣੀ ਤਾਂ ਪਿੱਤਰਾਂ ਨੂੰ ਮੰਨਦੀ ਨਹੀਂ, ਖੰਡਨ ਕਰਦੀ ਹੈ। ਮੈਂ ਕਿਹਾ ਸਾਰੀ ਬਾਣੀ ਪੜ੍ਹੇਗੀ ਜੇ ਇੱਕ ਸ਼ਬਦ ਹੀ ਪੜ੍ਹਿਆ? ਪਿੱਤਰਾਂ ਦੇ ਪ੍ਰਤੀ ਕਬੀਰ ਜੀ ਨੇ ਵੀ ਕਿਹਾ ਵੀ ਉਹ ਕਊਗਾ ਕੁੱਕਰ ਖਾਈ ਵੀ ਖਾਂਦੇ ਨਹੀਂ, ਠੀਕ, ਉਹ ਅਲੱਗ ਕਿਸਮ ਹੈ। ਇੱਕ ਦੁਨੀ ਚੰਦ ਨੂੰ ਵੀ ਮਹਾਰਾਜ ਨੇ ਕਿਹਾ ਸੀ ਪਿੱਤਰਾਂ ਨੇ ਨਹੀਂ ਖਾਧਾ, ਤੇਰੇ ਪਿਓ ਨੇ ਵੀ ਨਹੀਂ ਖਾਧਾ, ਤਾਂ ਭੁੱਖਾ ਬੈਠਾ ਬਘਿਆੜ ਬਣੇ ਜਾ, ਖੀਰ ਖਵਾ ਕੇ ਆ ਉਹਨੂੰ। ਤੀਜਾ ਪਿੱਤਰਾਂ ਬਾਰੇ ਆਸਾ ਦੀ ਵਾਰ 'ਚ ਜ਼ਿਕਰ ਆਉਂਦਾ, ਵੱਡੀ ਹੈ ਹੱਥ ਦਲਾਲ ਕੇ ਮੁਸਫੀਏ ਕੁਰਨਾਨ ਕੱਗਾ ਸੋ ਮਿਲੇ ਜੇ ਖੱਟੇ ਕਾਲੇ ਦੇ, ਪਿੱਤਰੀ ਚੋਰ ਕਰੇ ਪਿੱਤਰ ਅੱਖਰ ਆਉਂਦਾ। ਕਹਿੰਦੇ ਗੁਰਮਤ ਵਿੱਚ ਪਿੱਤਰ ਨਹੀਂ ਹੈਗੇ। ਮੈਂ ਕਿਹਾ ਹੈ ਤਾਂ ਸਹੀ ਆ, ਹੁਣ ਤੁਸੀਂ ਸਾਰਾ ਪਾਠ ਕਰੋ, ਹੌਲੀ ਹੌਲੀ ਕਰੋ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸ ਸਿਮਤ ਸਭ ਕਿਲ ਵਿਖ ਨਸ ਹੈ, ਪਿੱਤਰੀ ਹੋਏ ਉਧਾਰੋ। ਮਹਾਰਾਜ ਕਹਿੰਦੇ ਪਿੱਤਰਾਂ ਦਾ ਉਧਾਰ ਤੁਹਾਡੇ ਨਾਲ ਹੁੰਦਾ। ਪੁੱਤਰ ਦਾ ਅਰਥ ਕੀ ਹੁੰਦਾ? ਪੁੱਤਰ ਦਾ ਅਰਥ ਇਹ ਉਤਪਤੀ ਵਿਉਤਪਤੀ ਅੱਖਰ ਦੀ ਕਿੱਥੋਂ ਲੈਂਦੇ ਆਪਾਂ? ਪੁੱਤਰ, ਪੂ ਤੇ ਤਰ। ਇੱਕ ਪੂ ਨਾਮੇ ਨਰਕ ਹੈ। ਨਾਨਕ ਕੋੜੀ ਨਰਕ ਬਰਾਬਰੇ। ਨਰਕ ਤਾਂ ਬਹੁਤ ਨੇ, ਬਹੁਤ 18 ਪ੍ਰਕਾਰ ਦੇ ਗੰਦੇ ਨਰਕ ਨੇ। ਕੁੰਭੀ ਨਰਕ ਹੈ, ਪੂ ਨਾਮੇ ਨਰਕ ਹੈ, ਜਿੱਥੇ ਬੰਦੇ ਦੀ ਪਾਕ ਹੀ ਉਬਲਦੀ ਹੈ, ਮਿੱਝ ਪਾਕ ਵਿੱਚ ਉਬਾਲਿਆ ਜਾਂਦਾ ਜੀਵ ਨੂੰ। ਕਹਿੰਦੇ ਜਿਹੜਾ ਪੁੱਤਰ ਹੁੰਦਾ ਉਹ ਪਿਤਾ ਦੇ ਜਾਣ ਤੋਂ ਬਾਅਦ ਮਰਿਆਦਾ ਦੇ ਨਾਲ ਕੋਈ ਆਪਣੇ ਆਪਣੇ ਧਰਮ ਦੇ ਮੁਤਾਬਕ ਕਿਰਿਆ ਕਰਾਉਂਦਾ ਤੇ ਪਿਤਾ ਦੀ ਕਲਿਆਣ ਕਰਾਉਂਦਾ। ਪੂ ਨਾਮੇ ਨਰਕ ਤੋਂ ਜਾਣ ਤੋਂ ਮੁਕਤੀ ਦਿਵਾ ਦੇਵੇ ਜਿਹੜਾ, ਉਹਨੂੰ ਕਹਿੰਦੇ ਪੂ ਤਰ। ਉੱਥੋਂ ਅੱਖਰ ਬਣਿਆ ਪੁੱਤਰ। ਇਹ ਪੁੱਤਰ ਹੈ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਇਸ ਕਰਕੇ
ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਪਾਠ ਹੁੰਦੇ ਸੀ, ਡਰ ਭੈ ਸਹਿਤ ਮਰਿਆਦਾ ਦੇ ਨਾਲ, ਉਹ ਹੁਣ ਨਹੀਂ ਹੁੰਦੇ। ਹੁਣ ਤੇ ਸਾਰੇ ਪਾਸੇ ਚੱਲਵਾਂ ਕੰਮ ਹੈ। ਮੈਂ ਟਕਸਾਲ 'ਚ ਵੀ ਰਿਹਾ 10 ਸਾਲ, ਮੈਂ ਵੀ ਰੌਣਾਂ ਲਾਈਆਂ, ਸਭ ਕੁਝ ਦੇਖਿਆ, ਅਸੀਂ ਵੀ ਮਰਿਆਦਾ ਰੱਖੀ। 25 ਕੁ ਸਾਲ ਮੈਂ ਸ਼੍ਰੋਮਣੀ ਕਮੇਟੀ 'ਚ ਵੀ ਨੌਕਰੀ ਕੀਤੀ ਹੈ। ਮੈਂ ਉੱਥੇ ਦਾ ਵੀ ਸਾਰੇ ਹਾਲਾਤ ਦੇਖੇ ਨੇ। ਬੜਾ ਦੁੱਖ ਵੀ ਹੁੰਦਾ ਸੀ ਵੀ ਇਹ ਮਰਿਆਦਾ ਨਹੀਂ ਰੱਖਦੇ, ਇਹ ਨਹੀਂ ਕਰਦੇ, ਫਿਰ ਕੀ ਕਹਿ ਸਕਦੇ ਸੀ। ਹੁਣ ਪ੍ਰੋਬਲਮ ਕਿੱਥੇ ਆਈ ਹੈ? ਪ੍ਰੋਬਲਮ ਇਹ ਆ ਗਈ ਵੀ ਜਿੰਨੇ ਵੀ ਆਪਾਂ ਪਾਠ ਕਰਾਉਨੇ ਆ, ਉਹਨਾਂ ਪਾਠਾਂ ਦੇ ਨਾਲ ਅਰਦਾਸ ਵੀ ਕੀਤੀ ਆ। ਇੱਕ ਤੇ ਪਾਠਾਂ ਦੇ ਵਿੱਚ ਹੀ ਗਲਤੀ ਬਹੁਤ ਹੈ, ਸ਼ੁੱਧ ਨਹੀਂ ਕੀਤਾ ਪਾਠ। ਇੱਕ ਸਰੀਰ ਹੀ ਨਹੀਂ ਸ਼ੁੱਧ ਹੈ, ਇੱਕ ਦੇਗ ਹੀ ਨਹੀਂ ਮਰਿਆਦਾ ਨਾਲ ਬਣੀ ਹੈ। ਇੱਕ ਉਹ ਜਿਹੜੀਆਂ ਧੂਫਾਂ ਜੀਆਂ ਹੁੰਦੀਆਂ, ਡੱਕੇ ਜੇ ਖੜੇ ਕਰ ਦਿੰਦੇ ਆਪਾਂ। ਪਹਿਲਾਂ ਹੁੰਦੀ ਸੀ ਧੂਫ ਬਣਾਉਣੀ, ਦੇਸੀ ਘਿਓ ਵਿੱਚ ਪਾਉਣਾ, ਉਹਦੇ ਕੋਲੇ ਬਹਿ ਕੇ 5-10 ਚੰਡੀ ਦੀ ਵਾਰ ਤੇ ਪਾਠ, ਬ੍ਰਹਮ ਕਵਚ ਦੇ ਪਾਠ, ਬਚਿੱਤਰ ਨਾਟਕ ਦੇ ਪਾਠ ਕਰਨੇ, ਫਿਰ ਉਹ ਧੂਪ ਕਾਇਮ ਹੁੰਦੀ ਆ। ਉਹਦੀ ਸੁੱਚਮ ਠੀਕ ਕਰਨੀ। ਅਸੀਂ ਤਿਆਰ ਕਰਦੇ ਹਾਂ ਤੇ ਸਿੰਘ ਹੈਗੇ ਨੇ ਆਪਣੇ ਵੀ ਉਹ ਕਰਦੇ। ਜਦੋਂ 15-20 ਕਿਲੋ ਇੱਕ ਮਹਾਂਪੁਰਖ ਨੇ ਉਹ ਕਈ ਕੁਇੰਟਲ ਧੂਫ ਤਿਆਰ ਕਰਦੇ ਨੇ। ਉਹ ਸਾਰੀ ਧੂਫ ਹਜੂਰ ਸਾਹਿਬ ਤੇ ਪਟਨਾ ਸਾਹਿਬ ਨੂੰ ਭੇਜਦੇ ਆ, ਪਟਿਆਲੇ ਵਾਲੇ ਪਾਸੇ। ਉਹ ਸਾਰੇ ਜਦੋਂ ਸਿੰਘ ਤਿਆਰ ਕਰਦੇ ਨੇ, ਸਾਰਿਆਂ ਨੂੰ ਕਿਹਾ ਚੌਪੀ ਸਾਹਿਬ, ਜਪਜੀ ਸਾਹਿਬ, ਜੋ ਜੋ ਬਾਣੀ ਆਉਂਦੀ ਹੈ ਨਾਲ ਪੜ੍ਹਨੀ ਹੈ। ਫਿਰ ਉਹ ਧੂਫ ਤਿਆਰ ਹੁੰਦੀ, ਫਿਰ ਉਹ ਕੋਲਿਆਂ ਤੇ ਪੈਂਦੀ ਹੈ, ਫਿਰ ਉਹ ਚਾਰੇ ਪਾਸੇ ਉਹ ਬਹੁਤ ਅੱਛੀ ਸੁਗੰਧ ਜਾਂਦੀ ਹੈ ਉਹਦੀ। ਕੇਸੀ ਇਸ਼ਨਾਨ ਪਾਠੀ ਕਰੋ, ਬਸਤਰ ਸਾਰੇ ਧੋ ਕੇ। ਜੇ ਮੇਰੇ ਨਾਲ ਤੁਹਾਡੇ 'ਚ ਇੱਕ ਹਫ਼ਤਾ ਰਹੂਗਾ ਤਾਂ ਕਾਫੀ ਕੁਝ ਸਿੱਖ ਜੂਗਾ। ਦੇਖਣ ਨੂੰ ਤਾਂ ਆਪਾਂ ਇੱਕੋ ਜਿਹੇ ਲੱਗਦੇ ਸਾਰੇ। ਮੇਰੀ ਘੜੀ ਵਿੱਚ ਤੇ ਤੁਹਾਡੀ ਘੜੀ ਵਿੱਚ ਕਿੰਨਾ ਹੀ ਫਰਕ ਹੈ। ਅਸੀਂ ਜਦ ਮੈਦਾਨ ਜਾਣਾ ਘੜੀ ਲਾ ਕੇ ਜਾਣਾ, ਕੜੇ ਨੂੰ ਮਾਂਜਣਾ ਬਾਅਦ 'ਚ 2-3 ਵਾਰੀ। ਤੁਸੀਂ ਲੈਟਰਨ ਜਿਹੜੇ ਪਾਠੀ ਵੀ ਜਾਂਦੇ, ਹੋਰ ਵੀ ਹੈ, ਘੜੀ ਲੱਗੀ ਲਗਾਈ ਲੈਟਰਨ ਗਏ, ਲੈਟਰਨ ਵਾਲੇ ਸਾਰੇ ਛਿੱਟੇ ਤੇ ਪਵਾ ਲਏ, ਕੜਾ ਮਾਂਜਿਆ ਹੀ ਨਹੀਂ ਹੈ, ਕੇਸੀ ਨਹਾਤਾ ਹੀ ਨਹੀਂ ਹੈ, ਉਹੀ ਕੱਪੜੇ ਲੈ ਕੇ ਤੁਰੇ ਫਿਰਦੇ ਆਪਾਂ। ਹੁਣ ਇੱਥੇ ਇਹ ਚੀਜ਼ ਦੀ ਲੋੜ ਕਿਉਂ ਪਈ? ਅੱਗੇ ਜਿੰਨੇ ਵੀ ਪਾਠ ਹੁੰਦੇ ਨੇ, ਤੁਸੀਂ ਹੁਣ ਕਹੋਗੇ ਪਾਠ ਨਾਲ ਨਹੀਂ ਤਰੇ। ਨਹੀਂ, ਪਾਠ ਨਾਲ ਤਾਂ ਤਰਦਾ, ਪਰ ਪਾਠ ਸਹੀ ਢੰਗ ਨਾਲ ਨਹੀਂ ਹੋਇਆ। ਜਿਵੇਂ ਭਾਈ ਸਾਹਿਬ ਦੀ ਸਾਖੀ ਆਉਂਦੀ, ਬਾਬਾ ਮਿੱਤ ਸਿੰਘ ਵੇਲੇ ਦੀ ਸਾਖੀ ਆਉਂਦੀ ਹੈ। ਹੁਣ ਜਿੰਨੇ ਵੀ ਬਜ਼ੁਰਗ ਚੜ੍ਹਾਈ ਕਰਦੇ, ਜੇ ਨੌਜਵਾਨ ਬਹੁਤ ਐਕਸੀਡੈਂਟਾਂ 'ਚ ਮਰਦੇ ਆ। ਕਿਸਾਨ ਹੀ ਫਾਹਾ ਲੈ ਕੇ ਮਰ ਜਾਂਦੇ, ਕਈ ਜ਼ਹਿਰ ਪੀ ਕੇ ਮਰਦੇ ਆ, ਕਹਿੰਦੇ ਨਸ਼ੇ ਦੀ ਓਵਰਡੋਜ਼ ਖਾ ਕੇ ਮਰ ਗਿਆ। ਇਹ ਇਨ ਟਾਈਮ ਤੋਂ ਪਹਿਲਾਂ ਮਰ ਗਿਆ। ਉਹ ਆਹ ਤੁਰੇ ਫਿਰਦੇ ਇੱਥੇ। ਮਰਨ ਤੋਂ ਬਾਅਦ ਅਹਿਸਾਸ ਹੁੰਦਾ, ਓਹੋ ਮਨਾ ਸਰੀਰ ਹੀ ਛੱਡਤਾ। ਆਪਾਂ ਤਾਂ ਸਰੀਰ ਨਾਲ ਹੀ ਕਰਮ ਕਰਨਾ ਸੀ। ਮੈਂ ਤਾਂ ਹੁਣ ਸਰੀਰ ਛੱਡੇ ਤੋਂ ਬਾਅਦ ਕਰਮ ਨਹੀਂ ਹੁੰਦਾ। ਕਰਮ ਭੂਮ ਹੈ ਬੋਵੋ ਨਾਮ।